ਇਹ ਚੁਕੇ ਸਭ ਸੋਗ ਸੰਤਾਪੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਗੁਰੂ ਗਰੀਬ ਨਵਾਜ, ਗਿਆਨ ਦੇ ਸਾਗਰ, ਸਰਬ ਸੁੱਖਾਂ ਕੇ ਦਾਤੇ, ਬ੍ਰਹਿਮੰਡ ਦੇ ਬਾਦਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਗੁਰੂ ਜੀ ਕੇ ਚਰਨਾਂ ਦੇ ਵਿੱਚ ਸਜ ਕੇ ਗੁਰਬਾਣੀ ਦੀ ਵਿਚਾਰ ਨੂੰ ਸਰਵਣ ਕਰਨ ਦਾ ਸਾਨੂੰ ਇਹ ਜੋ ਕੀਮਤੀ ਸਮਾਂ ਹੈ ਇਹ ਪ੍ਰਾਪਤ ਹੋਇਆ ਹੈ ਜੀ। ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕੀਤਾ ਜਾਏ, ਉਸ ਤੋਂ ਪ੍ਰਥਮ ਸਨਿਮਰ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਹੁਕਮਨਾਮਾ ਸਾਹਿਬ ਹੈ, ਉਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੈ, ਜੋ ਕਿ ਰਾਗ ਸੋਰਠ ਦੇ ਵਿੱਚ 619 ਅੰਗ ਤੋਂ ਆਰੰਭ ਹੋ ਕੇ 620 ਅੰਗ ਤੇ ਸੰਪੂਰਨ ਹੋ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਸ਼ਬਦ ਦੇ ਅੰਦਰ ਸਾਨੂੰ ਜੀਆਂ ਨੂੰ ਸਮਝਾਉਣਾ ਕੀਤਾ ਕਿ ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਕਿੰਨਾ ਮਿਹਰਬਾਨ ਹੈ ਜੀਆਂ ਤੇ, ਕਿੰਨਾ ਦਇਆਲੂ ਕਿਰਪਾਲੂ ਹੈ, ਜਿਹਨੇ ਕਿ ਆਪਣੇ ਚਰਨਾਂ ਦੇ ਨਾਲ ਸਿੱਖਾਂ ਨੂੰ ਜੋੜਨ ਲਈ ਇਹ ਬਾਣੀ, ਇਹ ਕੀਰਤਨ, ਇਹ ਇਤਿਹਾਸ, ਇਹ ਵਾਹਿਗੁਰੂ ਅਕਾਲ ਪੁਰਖ ਨੇ ਅਵਤਾਰਾਂ ਰਾਹੀਂ ਸਿਰਜਿਆ ਹੈ। ਕਦੇ ਵੀ ਉਹ ਆਪਣੇ ਸਿੱਖ ਦੀਆਂ ਊਣਤਾਈਆਂ ਨੂੰ ਗਿਣਦਾ ਨਹੀਂ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਇਹ ਉਸ ਦਾ ਇੱਕ ਬਿਰਦ ਹੈ, ਸੁਭਾਅ ਹੈ ਵਾਹਿਗੁਰੂ ਜੀ ਦਾ, ਜੋ ਕਿ ਇਨਸਾਨ ਦਾ ਕਦੇ ਵੀ ਨਹੀਂ ਹੋ ਸਕਦਾ। ਗੁਰੂ ਮਹਾਰਾਜ ਕਦੇ ਵੀ ਆਪਣੇ ਸੇਵਕ ਦੇ ਅੰਦਰ ਜਿਹੜੀਆਂ ਕਮੀਆਂ ਹੁੰਦੀਆਂ ਨੇ, ਊਣਤਾਈਆਂ ਹੁੰਦੀਆਂ ਨੇ, ਉਹਨਾਂ ਨੂੰ ਗਿਣਦੇ ਨਹੀਂ, ਚੇਤੇ ਨਹੀਂ ਰੱਖਦੇ, ਸਗੋਂ ਭੁਲਾ ਕੇ ਆਪਣੇ ਗਲ ਦੇ ਨਾਲ ਲਾ ਲੈਂਦੇ ਆ ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ। ਹੱਥ ਦੇ ਕੇ ਰੱਖਣ ਵਾਲੇ ਵਾਹਿਗੁਰੂ ਜੀ ਸਦਾ ਹੀ ਸਿੱਖਾਂ ਨੂੰ ਗਲਵੱਕੜੀ ਵਿੱਚ ਲੈ ਕੇ ਪਿਆਰ ਕਰਨ ਵਾਲੇ ਗੁਰੂ ਜੀ, ਜਿਨ੍ਹਾਂ ਦੀ ਸ਼ਰਨ ਪਿਆ ਸਦਾ ਹੀ ਉਹ ਵਾਹਿਗੁਰੂ ਵਾਲਾ ਰੰਗ ਬੰਦੇ ਨੂੰ ਲੱਗਦਾ ਹੈ ਤੇ ਉਹ ਉਹਨੂੰ ਮਾਣਦਾ ਵੀ ਆ। ਇਸ ਤਰ੍ਹਾਂ ਭਾਵ ਕਿ ਜਿਵੇਂ ਇੱਕ ਮਾਂ ਹੁੰਦੀ ਆ,
ਇਹ ਕੰਮ ਜੋ ਇੱਕ ਮਾਂ ਕਰ ਸਕਦੀ ਆ, ਆਪਣੇ ਲਿਬੜੇ ਹੋਏ ਬੱਚੇ ਨੂੰ ਚੁੱਕਣ ਵਾਲਾ ਤੇ ਉਹਨੂੰ ਸਾਫ਼ ਕਰਨ ਵਾਲਾ, ਬਿਲਕੁਲ ਗੁਰੂ ਸਾਹਿਬ ਜੀ ਸਾਰੇ ਜਗਤ ਦੀ ਜੋ ਮਾਂ ਹਨ, ਮਾਤਾ ਪਿਤਾ ਹਨ, ਉਹ ਆਪਣੇ ਸਿੱਖਾਂ ਦੀਆਂ ਊਣਤਾਈਆਂ ਨਹੀਂ ਵੇਖਦੇ। ਜਿੱਦਾਂ ਇੱਕ ਮਾਂ ਲਿਬੜੇ ਬੱਚੇ ਨੂੰ ਚੁੱਕਦੀ ਆ, ਬਿਸਟਾ ਨਾਲ ਜੋ ਲਿਬੜਿਆ ਹੈ, ਇੱਦਾਂ ਸਿੱਖ ਵੀ ਆਪਣੇ ਗੁਰੂ ਮਹਾਰਾਜ ਕੋਲ ਜਦੋਂ ਜਾਂਦਾ ਹੈ, ਊਣਤਾਈਆਂ ਲੈ ਕੇ, ਕਮੀਆਂ ਲੈ ਕੇ, ਗੁਰੂ ਵੀ ਉਹਦੇ ਨਾਲ ਨਫ਼ਰਤ ਨਹੀਂ ਕਰਦਾ। ਹਮਰੀ ਗਣਤ ਨਾ ਗਣੀਆਂ ਕਾਈ। ਗਣਤ ਨਾ ਗਣੀਆਂ ਦੇ ਅਰਥ ਨੇ ਕੋਈ ਗਿਣਤੀਆਂ ਮਿਣਤੀਆਂ ਨਹੀਂ ਕਰਦਾ। ਮੇਰੇ ਵਿੱਚ ਲੱਖਾਂ ਹੀ ਕਮੀਆਂ ਸੀ, ਗੁਰੂ ਸਾਹਿਬ ਦੇ ਕੋਲ ਮੈਂ ਜਦੋਂ ਗਿਆ, ਉਹਨਾਂ ਨੇ ਸਾਰੀਆਂ ਭੁਲਾ ਕੇ ਮੈਨੂੰ ਆਪਣੇ ਗਲ ਦੇ ਨਾਲ ਲਾਇਆ ਹੈ। ਜਿੱਦਾਂ ਕਿ ਭਾਈ ਨੰਦ ਲਾਲ ਸਾਹਿਬ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿੰਦੇ ਨੇ ਕਿ ਬੀਤੇ ਸਮੇਂ ਦੇ ਵਿੱਚ ਮੇਰੇ ਤੋਂ ਵੀ ਬੜੀਆਂ ਗਲਤੀਆਂ ਹੋਈਆਂ, ਪਿਛਲੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ। ਪਿਛਲਾ ਸਮਾਂ ਮੇਰਾ ਗੁਨਾਹਾਂ ਦੇ ਵਿੱਚ ਲੰਘ ਗਿਆ ਗੁਰੂ ਗੋਬਿੰਦ ਸਿੰਘ ਜੀ, ਮੈਂ ਕੋਈ ਬੰਦਗੀ ਨਹੀਂ ਕੀਤੀ। ਔਰੰਗਜ਼ੇਬ ਦੇ ਦਰਬਾਰ ਵਿੱਚ ਮੈਂ ਰਿਹਾ, ਭਾਈ ਨੰਦ ਲਾਲ ਜੀ ਪਹਿਲਾਂ ਉੱਥੇ ਰਹੇ ਆ। ਉਸ ਤੋਂ ਬਾਅਦ ਮੇਰੀ ਜ਼ਿੰਦਗੀ ਜਿਹੜੀ ਸੀ ਤੁਹਾਡੇ ਇੱਥੇ ਅਨੰਦਪੁਰ ਸਾਹਿਬ ਮੈਂ ਆਇਆ ਚੱਲ ਕੇ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸੀ, ਨੰਦ ਲਾਲ ਜੀ ਕੋਈ ਗੱਲ ਨਹੀਂ, ਜਿਹੜੇ ਦਿਨ ਲੰਘ ਗਏ ਸੋ ਲੰਘ ਗਏ, ਆਗੇ ਸਮਝ ਚੱਲੋ ਨੰਦ ਲਾਲਾ, ਪਰ ਅੱਗੇ ਵਾਸਤੇ ਤੁਸੀਂ ਸਮਝ ਕੇ ਚੱਲੋ, ਪਾਛੈ ਜੋ ਬੀਤੀ ਸੋ ਬੀਤੀ। ਪਿੱਛੇ ਜੋ ਹੋ ਗਿਆ ਸੋ ਹੋ ਗਿਆ, ਉਹਨੂੰ ਭੁਲਾ ਦਿਓ, ਪਰ ਆਉਣ ਵਾਲਾ ਸਮਾਂ ਚਲੋ ਉਹਦੇ ਲਈ ਤੁਸੀਂ ਸਮਝ ਲੈ ਕੇ ਚੱਲੋ। ਤੇ ਭਾਈ ਨੰਦ ਲਾਲ ਜੀ ਨੇ ਬਚਨ ਮੰਨਿਆ ਤੇ 52 ਕਵੀ ਸੀ ਮਹਾਰਾਜ ਦੇ, ਜਿਨ੍ਹਾਂ ਵਿੱਚੋਂ ਸਭ ਤੋਂ ਪਿਆਰੇ ਕਵੀ ਕਹਾਏ, ਸਭ ਤੋਂ ਵੱਧ ਪਿਆਰ ਕਰਨ ਵਾਲੇ ਗੁਰੂ ਜੀ ਨੂੰ ਅਨੰਨ ਭਗਤ, ਪਿਆਰੇ ਭਗਤ ਕਹਾਏ ਨੇ ਭਾਈ ਨੰਦ ਲਾਲ ਜੀ। ਨਾਲੇ ਪਹਿਲਾਂ ਔਰੰਗਜ਼ੇਬ ਦੇ ਦਰਬਾਰ ਵਿੱਚ ਤੇ ਫਾਰਸੀ ਤੇ ਹੋਰ ਭਾਸ਼ਾਵਾਂ ਦਾ ਗਿਆਨ ਕਰਵਾਉਂਦੇ ਸੀ। ਜਿਹੜੇ ਉੱਥੋਂ ਦੇ ਵਿਦਵਾਨ ਸੀ, ਉਹਨਾਂ ਤੋਂ ਵੀ ਉੱਚ ਕੋਟੀ ਦੇ ਵਿਦਵਾਨ ਮੰਨੇ ਗਏ, ਜਿਨ੍ਹਾਂ ਨੇ ਕੁਰਾਨ ਸ਼ਰੀਫ ਦੇ ਅਰਥ ਉਹ ਕਰਕੇ ਦਿਖਾਏ ਔਰੰਗਜ਼ੇਬ ਨੂੰ, ਜਿਹੜੇ ਕਦੇ ਵੀ ਕੋਈ ਹੋਰ ਨਹੀਂ ਸੀ ਕਰ ਸਕਿਆ। ਇੱਦਾਂ ਫਿਰ ਕਿਰਪਾ ਹੁੰਦੀ ਆ। ਗੁਰੂ ਸਾਹਿਬ ਜੀ ਨੇ ਨਹੀਂ ਆਖਿਆ ਤੂੰ ਔਰੰਗਜ਼ੇਬ ਦੇ ਦਰਬਾਰ ਵਿੱਚ ਸੀ, ਮੈਂ ਤੈਨੂੰ ਆਪਣਾ ਕਵੀ ਨਹੀਂ ਬਣਾਉਣਾ, ਹਮਰੀ ਗਣਤ ਨਾ ਗਣੀਆਂ ਕਾਈ। ਆਪਣੀ ਜਿਹੜੀ ਊਣਤਾਈ ਆ ਉਹਨੂੰ ਗੁਰੂ ਸਾਹਿਬ ਜੀ ਨਹੀਂ ਵੇਖਦੇ। ਹਾਂ, ਲੋਕਾਂ ਦਾ ਸੁਭਾਅ ਹੈ, ਭਗਤ ਫਰੀਦ ਜੀ ਕਹਿੰਦੇ ਕਿ ਉਹ ਦੂਜੇ ਵੱਲ ਬਹੁਤ ਜ਼ਿਆਦਾ ਝਾਤੀ ਮਾਰਦੇ ਆ, ਆਪਦੇ ਵੱਲ ਨਹੀਂ ਉਹ ਵੇਖਦੇ। ਭਗਤ ਫਰੀਦ ਸਾਹਿਬ ਜੀ ਬਹੁਤ ਸੋਹਣਾ ਕਹਿੰਦੇ ਆ, ਜੇ ਤੂੰ ਅਕਲ ਲਤੀਫ ਫਰੀਦਾ, ਜੇ ਤੂੰ ਅਕਲ ਲਤੀਫ, ਲਤੀਫ ਕਹਿੰਦੇ ਆ ਬਰੀਕ ਨੂੰ, ਅਕਲ ਕਹਿੰਦੇ ਬੁੱਧੀ ਨੂੰ, ਜੇ ਤੂੰ ਬਰੀਕ ਬੁੱਧੀ ਵਾਲਾ ਹੈ ਬੰਦਿਆ, ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। ਕਾਲੇ ਲਿਖ ਨਾ ਲੇਖ ਦੇ ਅਰਥ ਆ ਬੁਰੇ ਕਰਮ ਨਾ ਕਰ, ਮਾੜੇ ਕਰਮ ਨਾ ਕਰ। ਕਿਸੇ ਦੇ ਵੱਲ ਜੇਕਰ ਉਹਦੇ ਵਿੱਚ ਕਮੀਆਂ ਨੇ, ਉਹਨੂੰ ਭੁੱਲ ਕੇ ਵੀ ਨਾ ਦੇਖ। ਜੇ ਦੇਖਣੇ ਆ ਤਾਂ ਉਹਦੇ ਔਗਣ ਦੇਖ, ਜੇ ਦੇਖਣੇ ਆ ਤਾਂ ਉਹਦੇ ਗੁਣ ਦੇਖ, ਔਗਣ ਨਾ ਦੇਖ। ਭਗਤ ਫਰੀਦ ਜੀ ਤੋਂ ਕਿਸੇ ਨੇ ਪੁੱਛਿਆ ਕਿ ਇਹ ਆਪ ਜੀ ਕਿਉਂ ਆਖ ਰਹੇ ਹੋ, ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਜੇ ਤੂੰ ਦੇਖਣਾ ਹੀ ਚਾਹੁੰਦਾ ਹੈ ਤਾਂ ਆਪਣੇ ਅੰਦਰ ਦੇਖ, ਆਪਣੇ ਮਨ ਦੇ ਵੀ ਤੇਰੇ ਵਿੱਚ ਵੀ ਕਿੰਨੀਆਂ ਕਮੀਆਂ ਨੇ, ਤੇਰੇ ਵਿੱਚ ਵੀ ਕਿੰਨੀਆਂ ਗਲਤੀਆਂ ਨੇ। ਤਾਂ ਤੇਰਾ ਹੰਕਾਰ ਫਿਰ ਚਿਕਨਾਚੂਰ ਹੋਵੇਗਾ, ਟੁੱਟ ਜਾਏਗਾ ਜਦੋਂ ਤੂੰ ਆਪਦੀਆਂ ਕਮੀਆਂ ਦੇਖੇਗਾ। ਇਸ ਤਰ੍ਹਾਂ ਇੱਕ ਸ਼ਾਇਰ ਨੂੰ ਵੀ ਕਹਿਣਾ ਪਿਆ, ਬਹੁਤ ਸੋਹਣਾ ਉਹ ਲਿਖਦਾ ਹੈ, ਜਬ ਨਾ ਥੀ ਆਪਣੇ ਗੁਨਾहों की फिक्र, तब देखते थे दुनिया के ऐबो हुनर। जब अपने गुनाहों पर पड़ी निगाह,
तब जहाँ में कोई बुरा ना रहा। जब देखते थे दुनिया के ऐबो हुनर, तब ना थी अपने गुनाहों की फिक्र। ਜਦੋਂ ਤੱਕ ਮੈਂ ਲੋਕਾਂ ਦੀਆਂ ਕਮੀਆਂ ਦੇਖਦਾ ਸੀ ਤਾਂ ਉਦੋਂ ਤੱਕ ਮੈਨੂੰ ਆਪਦੀਆਂ ਗਲਤੀਆਂ ਦਾ ਪਤਾ ਨਹੀਂ ਸੀ। ਪਰ ਜਬ ਆਪਣੇ ਗੁਨਾਹੋਂ ਪਰ ਪੜੀ ਨਿਗਾਹ, ਜਦੋਂ ਮੈਂ ਆਪਣੀ ਅੰਦਰ ਦੇਖਿਆ ਮੇਰੇ 'ਚ ਵੀ ਗਲਤੀਆਂ, ਮੈਂ ਵੀ ਪੂਰਾ ਨਹੀਂ ਹੈਗਾ, ਤਬ ਦੁਨੀਆ ਮੇਂ ਤਬ ਜਹਾਨ ਮੇਂ ਕੋਈ ਬੁਰਾ ਨਾ ਰਹਾ। ਫਿਰ ਮੈਨੂੰ ਲੱਗਾ ਵੀ ਮੈਂ ਸਭ ਤੋਂ ਮਾੜਾ, ਦੁਨੀਆ ਦੇ ਲੋਕ ਮੈਥੋਂ ਚੰਗੇ ਹੀ ਆ। ਇੱਦਾਂ ਫਿਰ ਜਿਹਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਮ ਨਹੀਂ ਚੰਗੇ, ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਜਿਹੜਾ ਬੰਦਾ ਕਹਿੰਦਾ ਮੈਂ ਮਾੜਾ ਹਾਂ, ਲੋਕ ਮੇਰੇ ਤੋਂ ਚੰਗੇ ਆ, ਗੁਰੂ ਨਾਨਕ ਸਾਹਿਬ ਦੀ ਬਾਣੀ ਉਹਨੂੰ ਤਾਰ ਦਿੰਦੀ ਆ। ਜਿਹੜਾ ਸੱਚੇ ਦਿਲੋਂ ਕਹਿੰਦਾ ਮੈਂ ਬਹੁਤ ਨੀਵਾਂ ਹਾਂ, ਮੈਂ ਤਾਂ ਬਹੁਤ ਮਾੜਾ ਹਾਂ, ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਉਹਨੂੰ ਫਿਰ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਜੋ ਹਨ, ਉਹਨਾਂ ਦੀ ਬਾਣੀ ਉਹਨੂੰ ਤਾਰ ਦਿੰਦੀ ਆ। ਤੇ ਗੁਰੂ ਅਰਜਨ ਦੇਵ ਜੀ ਨੇ ਵੀ ਇਹੀ ਸਮਝਾਇਆ ਕਿ ਉਹ ਜਿਹੜਾ ਵਾਹਿਗੁਰੂ ਹੈ ਪਰਮੇਸ਼ਰ, ਉਹ ਗਿਣਤੀਆਂ ਮਿਣਤੀਆਂ 'ਚ ਨਹੀਂ ਪੈਂਦਾ। ਜਿਵੇਂ ਬੰਦਾ ਨਹੀਂ ਪੈਂਦਾ, ਉਹ ਬੰਦੇ ਵਿੱਚ ਇਹ ਕਮੀ ਆ, ਮੈਂ ਉਹਨੂੰ ਬੁਲਾਉਣਾ ਛੱਡ ਦੇਣਾ ਕਿਉਂਕਿ ਉਹਦੇ ਵਿੱਚ ਬਾਹਲੀਆਂ ਗਲਤੀਆਂ ਵਾ, ਮੈਂ ਉਹਨੂੰ ਅੱਜ ਤੋਂ ਬਾਅਦ ਉਹਦੇ ਨਾਲ ਨਾਤਾ ਨਹੀਂ ਰੱਖਣਾ, ਉਹਦੇ ਵਿੱਚ ਬਾਹਲੀਆਂ ਊਣਤਾਈਆਂ ਨੇ। ਗੁਰੂ ਨਹੀਂ ਐਵੇਂ ਕਰਦਾ ਕਦੇ ਵੀ। ਬਸ ਗੁਰੂ ਸਾਹਿਬ ਕੋਲ ਤੁਸੀਂ ਕਰੋੜਾਂ ਗਲਤੀਆਂ ਕਰਕੇ ਆ ਜਾਓ, ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੇ। ਗੁਰੂ ਨੇ ਪਿਛਲੀ ਜਿਹੜੀ ਉਮਰ ਸੀ ਤੁਹਾਡੀ, ਗਲਤੀਆਂ ਸੀ, ਉਹ ਭੁਲਾ ਕੇ ਤੁਹਾਨੂੰ ਆਪਣੇ ਗਲ ਦੇ ਨਾਲ ਲਾ ਲੈਣਾ। ਇਹ ਗੁਰੂ ਦਾ, ਗੁਰੂ ਅਰਜਨ ਦੇਵ ਜੀ ਕਹਿੰਦੇ ਬਿਰਧ ਦਾ ਸੁਭਾਅ ਹੈ। ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ। ਗੁਰੂ ਤੇਗ ਬਹਾਦਰ ਜੀ ਮਹਾਰਾਜ, ਇੱਕ ਦਿਨ ਉਹਨਾਂ ਦਾ ਦਰਬਾਰ ਸਜਿਆ ਹੋਇਆ, ਕੁਝ ਪੰਡਤ ਜਿਨ੍ਹਾਂ ਨੂੰ ਕਸ਼ਮੀਰੀ ਪੰਡਤ ਕਿਹਾ ਗਿਆ, ਉਹ ਚੱਲ ਕੇ ਆ ਗਏ ਸਾਰੇ। ਕਹਿਣ ਲੱਗੇ, ਹੇ ਦੀਨ ਦੁਨੀ ਦੇ ਪਾਤਸ਼ਾਹ, ਸਗਲ ਦਵਾਰ ਕੋ ਛਾੜ ਕੇ, ਸਾਰੇ ਦੁਆਰੇ ਛੱਡ ਕੇ ਗਇਓ ਤੁਹਾਰੋ ਦਵਾਰ, ਤੁਹਾਡੇ ਬੂਹੇ ਤੇ ਆਏ ਆ। ਔਰੰਗਜ਼ੇਬ ਬਹੁਤ ਜ਼ੁਲਮ ਕਮਾ ਰਿਹਾ, ਤਿਲਕ ਜੰਜੂ ਲਾ ਰਿਹਾ ਸਾਡਾ, ਕਿਰਪਾ ਕਰੋ, ਕਿਸੇ ਮਹਾਂਪੁਰਖ ਦੇ ਬਲੀਦਾਨ ਦੀ ਲੋੜ ਆ, ਕਿਰਪਾ ਕਰੋ ਜੋ ਸਾਡੀ ਅਗਵਾਈ ਕਰੇ, ਜੋ ਸਾਡੇ ਅੱਗੇ ਹੋ ਕੇ ਚੱਲੇ, ਅਸੀਂ ਉਹਦੇ ਪਿੱਛੇ ਪਿੱਛੇ ਚੱਲੀਏ, ਕਿਰਪਾ ਕਰੋ। ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿਣ ਲੱਗੇ ਕਿ ਇਸ ਵਕਤ ਵਾਕਈ ਕੋਈ ਐਸਾ ਕੋਈ ਮਹਾਂਪੁਰਖ ਹੋਵੇ ਜਿਹੜਾ ਆਪਣੀ ਜਾਨ ਦੀ ਬਾਜੀ, ਆਪਣੀ ਸਰੀਰ ਦੀ ਠਿਕਰੀ ਭੰਨ ਦੇਵੇ, ਤਾਂ ਤੁਹਾਡਾ ਧਰਮ ਬਾਜੇਗਾ। ਬਾਲ ਗੋਬਿੰਦ ਰਾਏ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਵ ਛੋਟੀ ਉਮਰ ਵਿੱਚ ਸਨ ਉਦੋਂ, 9 ਵਰ੍ਹਿਆਂ ਦੀ ਉਮਰ ਇਤਿਹਾਸਕਾਰਾਂ ਨੇ ਕਈਆਂ ਨੇ ਲਿਖੀ ਆ। ਕਹਿਣ ਲੱਗੇ, ਗੋਬਿੰਦ ਰਾਏ ਜੀ ਕਹਿਣ ਲੱਗੇ, ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਂਪੁਰਖ ਕੌਣ ਹੋ ਸਕਦਾ? ਕੋਈ ਨਹੀਂ ਹੋ ਸਕਦਾ, ਤਾਂ ਤੁਹਾਨੂੰ ਹੀ ਜਾਣਾ ਚਾਹੀਦਾ। 7 ਬਚਨ ਕਹਿ ਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੋ ਸਨ, ਉਹਨਾਂ ਨੇ ਫਿਰ ਜਾਣਾ ਕੀਤਾ। ਚਾਂਦਨੀ ਚੌਂਕ ਦੇ ਵਿੱਚ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ, ਹੈ ਸਭ ਜਗ ਭਇਓ ਜੈ 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 ਸੁਰ ਲੋਕ। ਹਾਹਾਕਾਰ ਮਚ ਗਈ ਦਿੱਲੀ ਦੀਆਂ ਗਲੀਆਂ ਵਿੱਚ, ਸਵਰਗ ਲੋਕ ਦੇ ਵਿੱਚ ਜੈ ਜੈਕਾਰ ਹੋ ਗਈ ਮਹਾਰਾਜ ਦੀ। ਉਹਨਾਂ ਨੇ ਫਿਰ ਉਹਨਾਂ ਦਾ ਤਿਲਕ ਬਚਾਇਆ, ਹਿੰਦੂ ਵੀਰਾਂ ਦਾ ਜੰਜੂ ਬਚਾਇਆ। ਹਿੰਦੂਆਂ ਦੇ ਮੱਥੇ ਤੇ ਲੱਗਾ ਹੋਇਆ ਤਿਲਕ ਗੁਰੂ ਤੇਗ ਬਹਾਦਰ ਜੀ ਦਾ ਖੂਨ ਹੈ।
ਜੋ ਆਪਣਾ ਖੂਨ ਨਾ ਡੋਲਦੇ ਉੱਥੇ ਠੀਕਰੀ ਨਾ ਪਾਉਂਦੇ ਸਰੀਰ ਦੀ। ਤੇ ਗੁਰਮੁਖ ਪਿਆਰਿਓ, ਅੱਜ ਉਹਨਾਂ ਦਾ ਜਿਹੜਾ ਹਿੰਦੂ ਵੀਰ ਨੇ ਉਹਨਾਂ ਦਾ ਮੱਥੇ ਦਾ ਤਿਲਕ ਨਾ ਬਚਦਾ। ਇਹ ਗੁਰੂ ਤੇਗ ਬਹਾਦਰ ਜੀ ਦੀ ਦੇਣ ਆ, ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਸੰਗਤਾਂ ਨੇ ਬੜੇ ਚਾਵਾਂ ਦੇ ਨਾਲ ਮਨਾਇਆ ਹੈ, ਜਿਨ੍ਹਾਂ ਦੇ ਗੁਰਪੁਰਬ ਅੱਜ ਆਪਾਂ ਬੜੇ ਚਾਵਾਂ ਨਾਲ ਮਨਾਉਂਦੇ ਆ। ਇਹ ਤਾਂ ਹੀ ਆ ਵੀ ਉਹਨਾਂ ਨੇ ਸਰੀਰ ਦੀ ਠੀਕਰੀ ਭੰਨਤੀ ਉਸ ਧਰਮ ਲਈ ਜਿਹਦੇ ਨਾਲ ਸਾਡੇ ਬਹੁਤੀਆਂ ਗੱਲਾਂ ਮੈਚ ਵੀ ਨਹੀਂ ਹੁੰਦੀਆਂ ਹੈਗੀਆਂ। ਉਹ ਮੂਰਤੀ ਦੀ ਪੂਜਾ ਕਰਦੇ ਆ, ਅਸੀਂ ਸ਼ਬਦ ਦੇ ਪੁਜਾਰੀ ਹਾਂ। ਇਸ ਕਰਕੇ ਬਹੁਤੀਆਂ ਗੱਲਾਂ ਰਲਦੀਆਂ ਨਹੀਂ ਹੈਗੀਆਂ, ਪਰ ਫਿਰ ਵੀ ਮਹਾਰਾਜ ਨੇ ਉਹਨਾਂ ਲਈ ਆਪਣਾ ਆਪ ਕੁਰਬਾਨ ਕੀਤਾ। ਤੇ ਭਾਈ ਮਣੀ ਸਿੰਘ ਜੀ ਜਿਹੜੇ ਨੇ, ਜੇ ਸ਼ਹਾਦਤ ਦੀ ਆਪਾਂ ਗੱਲ ਕਰੀਏ, ਕਿਹਾ ਜਾਂਦਾ ਵੀ ਜਦੋਂ ਉਹਨਾਂ ਦੇ ਬੰਦ ਕੱਟੇ ਗਏ, ਸਾਰਾ ਸਰੀਰ ਉਹਨਾਂ ਦਾ ਹੌਲੀ ਹੌਲੀ ਕਰਕੇ ਪੋਟੇ ਤੋਂ ਉਹਨਾਂ ਨੇ ਸ਼ੁਰੂ ਕਰਵਾਇਆ। ਕਹਿੰਦੇ ਗੁੱਟ ਤੋਂ ਨਹੀਂ ਬੰਦ ਹੁੰਦੇ, ਪੋਟੇ ਤੋਂ ਹੁੰਦੇ ਆ, ਕਾਹਲੀ ਨਾ ਕਰ। ਹੌਲੀ ਹੌਲੀ ਕਹਿੰਦੇ ਤੂੰ ਆਪਣੇ ਜੋ ਤੇਰਾ ਉਸਤਾਦ ਆ, ਹਾਕਮ ਆ, ਹੁਕਮਰਾਨ ਆ, ਉਹਦਾ ਕਹਿਣਾ ਮੰਨ। ਜਲਾਦ ਨੂੰ ਕਿਹਾ ਕਿ ਤੂੰ ਗੁੱਟ ਤੋਂ ਕਿਉਂ ਕੱਟਦਾ, ਤੇ ਤੂੰ ਪੋਟੇ ਤੋਂ ਕੱਟਣਾ, ਇੱਥੋਂ ਬੰਦ ਇੱਥੋਂ ਸ਼ੁਰੂ ਹੁੰਦਾ। ਤੇ ਉਹ ਸਾਰੇ ਬੰਦ ਉਹਨਾਂ ਨੇ ਕੱਟ ਦਿੱਤੇ ਆ, ਪੈਰ ਵੀ ਕੱਟ ਦਿੱਤੇ ਆ। ਉਸ ਵਕਤ ਜਿਹੜੇ ਸਵਾਸ ਚੱਲ ਰਹੇ ਸੀ ਭਾਈ ਮਣੀ ਸਿੰਘ ਜੀ ਦੇ, ਉਹਨਾਂ ਨੇ ਫਿਰ ਆਖਿਆ ਵੀ 2 ਮਿੰਟ ਤੂੰ ਰੁਕ ਜਾ, ਕਿਉਂਕਿ ਹਜੇ 2 ਪੌੜੀਆਂ ਤੇ 1 ਸ਼ਲੋਕ ਬਾਕੀ ਆ ਜਪਜੀ ਸਾਹਿਬ ਦਾ। ਇਹ ਆਖਿਆ ਸੀ ਵੀ ਥੋੜ੍ਹੀ ਬਾਣੀ ਮੇਰੀ ਰਹਿੰਦੀ ਆ ਅਜੇ, ਵੀ ਗਲਾ ਕੱਟਣ ਤੋਂ ਅਜੇ ਗੁਰੇਜ਼ ਕਰ, 2-3 ਮਿੰਟ ਲਈ ਉਡੀਕ ਕਰ ਲਾ ਤੇ ਮੇਰੀ ਬਾਣੀ ਪੂਰੀ ਹੋਵੇਗੀ, ਤੇ ਮੈਂ ਉਸ ਤੋਂ ਬਾਅਦ ਹੀ ਤੈਨੂੰ ਕਹਾਂਗਾ ਵੀ ਤੂੰ ਮੇਰਾ ਗਲਾ ਕੱਟ ਦੇ, ਪਰ ਉਨਾ ਸਮਾਂ ਤੂੰ ਰੁਕ ਜਾ। ਉਹ ਜਲਾਦ ਕਹਿਣ ਲੱਗਾ ਮੇਰੇ ਕੋਲ ਇੰਨਾ ਸਮਾਂ ਹੀ ਨਹੀਂ ਹੈਗਾ, ਨਾ ਮੈਂ ਰੁਕ ਨਹੀਂ ਸਕਦਾ। ਪਹਿਲਾਂ ਪੋਟਿਆਂ ਤੋਂ ਸ਼ੁਰੂ ਕਰਕੇ ਸਾਰੇ ਪੈਰ ਵੀ ਕੱਟ ਦਿੱਤੇ, ਹੁਣ ਸਿਰਫ ਗਲਾ ਬਾਕੀ ਸੀ ਕੱਟਣਾ। ਤੇ ਉਹਨੇ ਫਿਰ ਆਪਣੀ ਛੁਰੀ ਜਿਹੜੀ ਸੀ ਫੇਰ ਦਿੱਤੀ ਗਲੇ ਦੇ। ਭਾਈ ਮਣੀ ਸਿੰਘ ਜੀ ਦਾ ਜਿਹੜਾ ਸੀ ਗੁਰਮੁਖ ਰੋਮ ਰੋਮ ਹਰ ਧਿਆਵੈ। ਫਿਰ ਵੀ ਉਹਨਾਂ ਨੇ ਜਦੋਂ ਜਪਜੀ ਸਾਹਿਬ ਸੰਪੂਰਨ ਹੋਇਆ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਭਾਵੇਂ ਅੱਡ ਹੋ ਗਿਆ ਸਰੀਰ ਉਹਨਾਂ ਦਾ, ਧੜ ਵੀ ਤੇ ਸੀਸ ਵੀ, ਸਭ ਕੁਝ ਉਹਨਾਂ ਨੂੰ ਕੋਹ ਕੇ ਮਾਰਿਆ, ਪਰ ਫਿਰ ਵੀ ਉਹ ਪੂਰੇ ਹੀ ਕੀਤਾ ਉਹਨਾਂ ਨੇ। ਸੰਪੂਰਨ ਬਾਣੀ ਪੜ੍ਹੀ, ਫਿਰ ਸ਼ਹਾਦਤ ਹੋਈ ਆ ਪੂਰੀ। ਇਸ ਕਰਕੇ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ, ਇਹ ਉਹਨਾਂ ਨੂੰ ਗੁਰੂ ਦੀ ਸੰਗਤ ਵਿੱਚੋਂ ਮਿਲੀਆਂ। ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੈ, ਹੋਈ ਸਰਬ ਕਲਿਆਣ। ਇੱਦਾਂ ਹੀ ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਨਾਲ ਚਾਂਦਨੀ ਚੌਂਕ ਦਿੱਲੀ ਵਿੱਚ ਸ਼ਹੀਦੀ ਪਾਈ ਆ, ਇਵੇਂ ਹੀ ਉਹਨਾਂ ਦਾ ਜੀਵਨ ਸੀ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ, 2 ਫਾੜ ਹੋ ਗਿਆ ਸਰੀਰ। ਜਪਜੀ ਸਾਹਿਬ ਦੀ ਬਾਣੀ ਉਹਨਾਂ ਦੀ ਵੀ ਨਹੀਂ ਰੁਕੀ, ਉਹ ਵੀ ਸ਼ਲੋਕ ਪੜ੍ਹਨ ਤੋਂ ਬਾਅਦ ਫਤਿਹ ਬੁਲਾ ਕੇ ਹੀ, ਇਹ ਸੰਪੂਰਨ ਕਰਕੇ ਹੀ ਸਭ ਕੁਝ ਭਾਵ ਕੀ ਤੇ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਆ। ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ, ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਅੱਗ ਲਾਈ ਗਈ ਆ। ਤਾਂ ਜਿੰਨੀਆਂ ਵੀ ਇਹ ਸ਼ਹੀਦੀਆਂ ਨੇ, ਇਹ ਮਿਹਰਬਾਨੀ ਤੋਂ ਬਿਨਾਂ ਰੱਬ ਦੀ ਤੋਂ ਹੁੰਦੀਆਂ ਨਹੀਂ ਹੈਗੀਆਂ। ਆਮ ਬੰਦਾ ਇੱਕ ਤਵੀ ਤੇ ਤਵੇ ਤੇ ਵੀ ਹੱਥ ਲੱਗ ਜੇ, ਉਹ ਪਿੱਛੇ ਕਰ ਲੈਂਦਾ ਸੀ ਕਹਿੰਦਾ। ਇਹ ਚੀਜ਼ਾਂ ਇੱਕ ਕਰਦ ਵੱਜ ਜੇ ਬੰਦੇ ਦੇ ਤੇ ਬੰਦਾ ਪੱਟੀ ਬੰਨ੍ਹ ਲੈਂਦਾ, ਜਦੇ ਖੂਨ ਦੀ ਪ੍ਰਵਾਹ ਕਰਦਾ ਵੀ ਡੁੱਲ ਰਿਹਾ ਮੇਰਾ ਖੂਨ, ਕਿਤੇ ਜ਼ਿਆਦਾ ਨਾ ਨਿਕਲ ਜੇ, ਜਾਂ ਜੇ ਵੱਧ ਲੱਗ ਜੇ, ਦਾਤੀ ਲੱਗ ਜੇ ਕੰਮ ਕਰਦਿਆਂ ਤੋਂ, ਉਹਦੇ ਜਦੇ ਡਾਕਟਰ ਕੋਲ ਬੰਦਾ ਜਾਂਦਾ। ਤਾਂ ਇਹ ਜਿਹੜੀਆਂ ਆਰੇ ਹੇਠ ਸੀਸ ਦਿੱਤੇ ਗਏ ਸੀ, ਜਾਂ ਦੇਗ ਵਿੱਚ ਉਬਾਲੇ ਗਏ ਆ ਸਿੱਖ ਗੁਰੂ ਕੇ, ਜਾਂ ਬੰਦ ਕੱਟੇ ਗਏ ਨੇ, ਇਹ ਸਭ ਕਿਵੇਂ ਹੋ ਜਾਂਦਾ ਵਾ? ਤਾਂ ਇਹ ਸਾਚਾ ਸਾਹਿਬ ਸਦ ਮਿਹਰਬਾਨ। ਇਹ ਬਸ ਜਿਹੜਾ ਸੱਚਾ ਸਾਹਿਬ ਆ, ਉਹਦੀ ਮਿਹਰਬਾਨੀ ਹੁੰਦੀ ਆ ਸਿੱਖਾਂ ਤੇ, ਜਿਹਦੇ ਕਰਕੇ ਉਹਨਾਂ ਦਾ ਸਰਬ ਕਲਿਆਣ ਹੋ ਜਾਂਦਾ ਹੈ। ਜਿਉ ਪਾਏ
ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ ਜੀਉ ਪਾਏ। ਜਿਹਨੇ ਇਹ ਪਿੰਡੇ ਵਿੱਚ ਜਿੰਦ ਪਾਈ ਆ, ਕੱਲਾ ਸਰੀਰ ਨਾ ਕੁਝ ਵੀ ਨਹੀਂ। ਵਿਦਵਾਨ ਕਹਿੰਦੇ ਆ ਵੀ ਅੱਖਾਂ ਜਿਹੜੀਆਂ ਇੱਕ ਖਿੜਕੀ ਆ, ਇੱਕ ਬਾਰੀ ਆ। ਅੱਖਾਂ ਜਿਹੜੀਆਂ ਨੇ ਬਾਰੀ ਆ। ਵੇਖਣ ਵਾਲੀ ਤਾਂ ਵਿੱਚੋਂ ਆਤਮਾ ਹੀ ਆ, ਮਨ ਹੀ ਆ। ਅੱਖਾਂ ਉਦੋਂ ਵੀ ਹੁੰਦੀਆਂ ਜਦੋਂ ਬੰਦਾ ਮਰ ਜਾਂਦਾ, ਪਰ ਉਹ ਵੇਖ ਨਹੀਂ ਪਾਉਂਦਾ। ਕੰਨ ਉਦੋਂ ਵੀ ਹੁੰਦੇ ਆ, ਪਰ ਉਹ ਸੁਣ ਨਹੀਂ ਪਾਉਂਦਾ। ਸਰੀਰ ਉਦੋਂ ਵੀ ਹੁੰਦਾ, ਉਹ ਕੁਝ ਕਰ ਨਹੀਂ ਸਕਦਾ। ਤਾਂ ਇਹ ਪਿੰਡੇ ਵਿੱਚ ਜਿਹੜੀ ਜਾਨ ਪਾਈ ਆ, ਜਿੰਦ ਪਾਈ ਆ, ਇਹ ਵਾਹਿਗੁਰੂ ਨੇ ਪਾਈ ਆ। ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਵਾਹਿਗੁਰੂ ਨੂੰ ਸਾਰਿਆਂ ਦੀ ਫਿਕਰ ਆ। ਉਹਨੇ ਹਰ ਇੱਕ ਜੀਅ ਨੂੰ ਖਾਣ ਲਈ ਭੋਜਨ, ਚਾਹੇ ਉਹ ਮੱਛੀਆਂ ਪਾਣੀ ਵਿੱਚ ਰਹਿੰਦੀਆਂ ਨੇ, ਚਾਹੇ ਉਹ ਅਸਮਾਨ ਵਿੱਚ ਉੱਡਣ ਵਾਲੇ ਆ, ਚਾਹੇ ਉਹ ਆਲਣਾ ਬਣਾ ਕੇ ਰਹਿਣ ਵਾਲੇ ਬੋਟ ਆ, ਚਾਹੇ ਉਹ ਧਰਤੀ ਤੇ ਰੀਂਗਣ ਵਾਲੇ ਆ, ਸਰਪ ਆ ਜਿਹੜੀਆਂ ਹਨੇਰੀਆਂ ਵਗਦੀਆਂ ਨੇ। ਹੁਣ ਬਹੁਤ ਜ਼ਿਆਦਾ ਤੇਜ਼ ਹਵਾ ਚੱਲਦੀ ਆ, ਸ਼ਾਇਦ ਤੁਹਾਨੂੰ ਪਤਾ ਹੋਵੇ। ਕਈ ਐਸੇ ਜੀਵ ਆ ਜਿਨ੍ਹਾਂ ਦਾ ਆਹਾਰ ਕਹਿੰਦੇ ਭੋਜਨ ਨੂੰ, ਜਿਨ੍ਹਾਂ ਦਾ ਆਹਾਰ ਮਿੱਟੀ ਆ। ਸੱਪ ਕਈ ਐਸੇ ਆ, ਉਹ ਮਿੱਟੀ ਖਾਂਦੇ ਆ, ਮਿੱਟੀ ਖਾਣੇ ਆ। ਬਾਕੀ ਜਿਹੜੀਆਂ ਉਹ ਚੀਜ਼ਾਂ ਖਾਂਦੇ ਨੇ, ਡੱਡੂ ਵਗੈਰਾ। ਇਹ ਜਿਵੇਂ ਆਪਾਂ ਕਹਿੰਦੇ ਆਪਾਂ ਭੋਜਨ ਦੇ ਵਿੱਚ ਐਡ ਕਰੀਏ ਕੋਈ ਚੀਜ਼, ਜਿਵੇਂ ਰੋਟੀ ਆਪਣੀ ਖੁਰਾਕ ਆ, ਕਈ ਹੋਰ ਚੀਜ਼ਾਂ ਵੀ ਖਾਈ ਜਾਂਦੇ, ਇੱਦਾਂ ਹੈ। ਇਹ ਕਈ ਜੀਵ ਆ, ਉਹਨਾਂ ਦੀ ਇਕੱਲੇ ਸੱਪ ਦੀ ਗੱਲ ਨਹੀਂ, ਹੋਰ ਜੀਵ ਆ ਜਿਨ੍ਹਾਂ ਦਾ ਆਹਾਰ ਮਿੱਟੀ ਆ। ਤਾਂ ਉਹ ਇੱਥੇ ਤੱਕ ਨਹੀਂ ਆ ਸਕਦੇ, ਮਿੱਟੀ ਤੱਕ। ਤਾਂ ਮੈਦਾਨੀ ਇਲਾਕਿਆਂ ਵਿੱਚੋਂ ਰੱਬ ਮਿੱਟੀ ਉਡਾ ਕੇ ਜਿੱਥੇ ਉਹ ਜੀਵ ਹੁੰਦੇ ਆ ਉਹਨਾਂ ਤੱਕ ਪਹੁੰਚਾਉਂਦਾ। ਤਾਂ ਹੀ ਇੰਨੀਆਂ ਤੇਜ਼ ਹਨੇਰੀਆਂ ਜਦੋਂ ਵਗਦੀਆਂ ਨੇ, ਇਹ ਕਿਸੇ ਦਾ ਭੋਜਨ ਹੁੰਦਾ। ਸਾਡੇ ਲਈ ਇਹ ਹਨੇਰੀ ਹੁੰਦੀ ਆ, ਸਾਡੇ ਲਈ ਇਹ ਤੂਫਾਨ ਹੁੰਦਾ, ਪਰ ਕਿਸੇ ਲਈ ਇਹ ਹਨੇਰੀ ਭੋਜਨ ਹੁੰਦੀ ਆ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੀ ਹੈ। ਜਲ ਮੈਂ ਜੰਤੋ ਪਾਇਨ ਤਿਨਾ ਪਿਰੋਜੀ ਦੇ। ਸਾਡੇ ਲਈ ਇਹ ਹਨੇਰੀ ਜਿਹੜੀ ਆ, ਇਉਂ ਲੱਗਦਾ ਵੀ ਸਫਾਈ ਵੱਧ ਕਰਨੀ ਪੈਣੀ ਘਰ ਦੀ। ਜਗ੍ਹਾ ਜਗ੍ਹਾ ਰਸੋਈ ਵਿੱਚ, ਭਾਂਡਿਆਂ ਵਿੱਚ, ਕਿਤੇ ਕਿੱਥੇ ਇਹਨੇ ਮਿੱਟੀ ਚੜਾ ਦਿੱਤੀ ਰੱਬ ਨੇ। ਬੰਦਾ ਐਵੇਂ ਕਹਿ ਦਿੰਦਾ ਕਿੱਥੇ ਕਿੱਥੇ ਮਿੱਟੀ ਇਹਨੇ ਲਿਆਂਦੀ। ਪਰ ਉਹ ਹਨੇਰੀ ਤੂਫਾਨ ਕਿਸੇ ਜੀਆਂ ਦਾ ਰਿਜ਼ਕ ਆ, ਉਦੋਂ ਉਹਨਾਂ ਨੂੰ ਵੀ ਲੋੜ ਹੁੰਦੀ ਆ। ਇਸ ਕਰਕੇ ਜੀਉ ਪਾਏ। ਰੱਬ ਨੇ ਇਕੱਲਾ ਸਰੀਰ ਨਹੀਂ ਬਣਾਇਆ, ਸਰੀਰ ਦੇ ਵਿੱਚ ਜਿੰਦ ਵੀ ਪਾਈ ਆ। ਜਿੰਦ ਹੀ ਨਹੀਂ ਪਾਈ, ਪਹਿਨਣ ਤੇ ਖਾਣ ਲਈ ਵੀ ਦਿੱਤਾ ਸਾਨੂੰ। ਖਾਣ ਲਈ ਰੋਟੀ ਦਿੱਤੀ ਆ, ਧਰਤੀ ਦਿੱਤੀ ਆ ਜਿਹਦੇ ਵਿੱਚ ਅੰਨ ਉਗਾ ਸਕਦਾ ਬੰਦਾ। ਕਈ ਤਰ੍ਹਾਂ ਦੀਆਂ ਫਸਲਾਂ ਹੁੰਦੀਆਂ, ਉਹ ਬੰਦੇ ਤੇ ਆ ਵੀ ਬੰਦੇ ਨੇ ਕਿੰਨੇ ਤਰ੍ਹਾਂ ਦੀਆਂ ਵਿੱਚੋਂ ਉਗਾਉਣੀਆਂ। ਮਿਹਨਤ ਕਿੰਨੀ ਉਹਦੀ ਆ, ਕਿੰਨੇ ਕੁ ਤਰ੍ਹਾਂ ਦੀਆਂ ਉਗਾ ਸਕਦਾ। ਧਰਤੀ ਵਿੱਚ ਬਹੁਤ ਤਰ੍ਹਾਂ ਦੀਆਂ ਫਸਲਾਂ ਉਗ ਸਕਦੀਆਂ, ਬੰਦਾ ਖਾ ਸਕਦਾ। ਦਿੱਤਾ ਪਹਿਨਣ ਖਾਣ, ਇੱਦਾਂ ਪਹਿਨਣ ਲਈ ਉਹਨੇ ਸਭ ਕੁਝ ਦਿੱਤਾ ਸਾਨੂੰ ਵਾਹਿਗੁਰੂ ਨੇ। ਇਹ ਧਰਤੀ ਨਾ ਹੋਵੇ, ਕਪਾਹ ਨਾ ਹੋਵੇ, ਰੂੰ ਨਾ ਹੋਵੇ, ਰੇਸ਼ਮ ਨਾ ਹੋਵੇ, ਪੱਟ ਨਾ ਹੋਵੇ ਤੇ ਕੱਪੜੇ ਨਾ ਹੋਣ, ਇਹ ਸਭ ਕੁਝ ਵਾਹਿਗੁਰੂ ਦਾ ਬਖਸ਼ਿਆ। ਆਪਣੇ ਦਾਸ ਕੀ ਆਪ ਪੈਜ ਰਾਖੀ। ਅਖੀਰਲੀ ਪੰਕਤੀ ਹੈ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਤਿਗੁਰ ਮਾਣ। ਗੁਰੂ ਨਾਨਕ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਜੀ ਲੱਜਿਆ ਰੱਖ ਲੈਂਦੇ ਆ ਆਪਣੇ ਦਾਸਾਂ ਦੀ। ਉਹਨਾਂ ਦਾ ਸਿਰ ਨੀਵਾਂ ਨਹੀਂ ਹੋਣ ਦਿੰਦੇ, ਸਭਾ ਦੇ ਵਿੱਚ ਸਿਰ ਨੀਵਾਂ ਨਹੀਂ ਹੋਣ ਦਿੰਦੇ ਆਪਣੇ ਸਿੱਖਾਂ ਦਾ। ਲੜੀਵਾਰ ਜਿਹੜੀ ਸਾਖੀ ਹੈ ਉਹ ਆਪ ਜੀ ਹੁਣ ਸਰਵਣ ਕਰੋ। ਗੁਰੂ ਨਾਨਕ ਸਾਹਿਬ ਜੀ ਦੀ ਸਗਾਈ ਦੀਆਂ ਤਿਆਰੀਆਂ ਸਾਰੀਆਂ ਮੁਕੰਮਲ ਹੋ ਕੇ ਬੜਾ ਉਤਸ਼ਾਹ ਵਧਿਆ ਹੈ ਘਰ ਦੇ ਵਿੱਚ ਕਿ ਗੁਰੂ ਨਾਨਕ ਸਾਹਿਬ ਜੀ ਦਾ ਰਿਸ਼ਤਾ ਪੱਕਾ ਹੋ ਗਿਆ। ਪੱਖੋ ਕੇ ਰੰਧਾਵੇ ਮੂਲ ਚੰਦ ਜੀ, ਚੰਦੋ ਰਾਣੀ ਜੀ ਦੀ ਪੁੱਤਰੀ ਆ ਸੁਲੱਖਣੀ। ਮਾਤਾ ਸੁਲੱਖਣੀ ਜੀ ਸਤਿਕਾਰਯੋਗ ਆਪਾਂ ਕਹਿੰਦੇ ਆ, ਸਤਿਕਾਰ ਦੇ ਨਾਲ ਉਹਨਾਂ ਨਾਲ ਰਿਸ਼ਤਾ ਪੱਕਾ ਹੋ ਗਿਆ। ਚਾਅ ਨਹੀਂ ਚੱਕਿਆ ਜਾ ਰਿਹਾ ਭੈਣ ਨਾਨਕੀ ਤੋਂ। ਇਹ ਸਭ ਇੱਥੋਂ ਤੱਕ ਆਪ ਜੀ ਨੇ ਸਰਵਣ ਕੀਤਾ। ਫਿਰ ਗੁਰੂ ਨਾਨਕ ਜੀ ਬਦਲੇ ਨਹੀਂ, ਉੱਦਾਂ ਹੀ ਮੋਦੀ ਦੀ ਕਾਰ ਕਰਦੇ ਰਹੇ ਆ। ਸਗਾਈ ਹੋਣ ਤੋਂ ਬਾਅਦ ਵੀ ਜਦੋਂ ਮੋਦੀ ਦੀ ਕਾਰ ਕੀਤੀ
ਪਹਿਲੀ ਵਾਰ 135 ਰੁਪਈਏ ਵੱਧ ਨਿਕਲੇ ਸੀ ਨਵਾਬ ਦੇ ਵੱਲ, ਵੀ ਲਾਭ ਹੀ ਹੋਇਆ ਇੰਨਾ। ਗੁਰੂ ਨਾਨਕ ਜੀ ਨੇ ਲਾਭ ਦਿਖਾਇਆ। ਹੁਣ ਫਿਰ ਉਹੀ ਗੱਲਾਂ ਸ਼ੁਰੂ ਹੋ ਗਈਆਂ। ਕਈ ਮਹੀਨੇ ਬੀਤ ਗਏ ਤੇ ਉਹ ਫਿਰ ਭਾਈਆ ਜੈ ਰਾਮ ਜੀ ਜਿਹੜੇ ਸਨ ਉਹਨਾਂ ਕੋਲ ਲੋਕ ਚਲੇ ਗਏ। ਕਹਿੰਦੇ ਜਿਹੜਾ ਤੁਹਾਡਾ ਰਿਸ਼ਤੇਦਾਰ ਹੈ, ਤੁਹਾਡੀ ਜਿਹੜੀ ਪਤਨੀ ਆ ਨਾਨਕੀ, ਉਹਦਾ ਵੀਰ ਆ, ਕੀ ਤੁਸੀਂ ਵੇਖਿਆ ਕਦੇ ਉਹ ਕਿਵੇਂ ਵੰਡ ਰਿਹਾ ਉੱਥੇ, ਕਿਵੇਂ ਲੁਟਾ ਰਿਹਾ ਮੋਦੀਖਾਨਾ? ਕੀ ਤੁਸੀਂ ਜਾਣਦੇ ਹੋ? ਲੋਕ ਇੱਥੋਂ ਤੱਕ ਕਹਿਣ ਲੱਗੇ, ਕਹਿੰਦੇ ਇਹਨੇ ਸਭ ਕੁਝ ਉਡਾ ਦੇਣਾ, ਬਰਬਾਦ ਕਰ ਦੇਣਾ ਤੇ ਮੁੜ ਕੇ ਇਹਨੇ ਨੱਸ ਜਾਣਾ, ਮੁੜ ਕੇ ਇਹਨੇ ਭੱਜ ਜਾਣਾ ਇੱਥੋਂ। ਤੇ ਨਵਾਬ ਦੇ ਜਿਹੜੇ ਸੈਨਿਕ ਆ ਉਹਨਾਂ ਨੇ ਜੈ ਰਾਮ ਨੂੰ ਫੜ ਲੈਣਾ, ਕੈਦ ਵਿੱਚ ਪਾ ਦੇਣਾ। ਇੱਥੋਂ ਤੱਕ ਆਖਤਾ ਵੀ ਉਹਦਾ ਰਿਸ਼ਤੇਦਾਰ ਆ ਤੇ ਇਹਨੂੰ ਸਜ਼ਾ ਮਿਲਣੀ ਆ। ਕਹਿੰਦੇ ਕਿਉਂ ਨਾ ਉਹਦੇ ਕੋਲ ਚੱਲੀਏ ਆਪਾਂ। ਇਕੱਠੇ ਹੋ ਕੇ ਆ ਗਏ। ਕਹਿਣ ਲੱਗੇ ਜੈ ਰਾਮ ਜੀ ਦੇਖੋ, ਜਿਹੜਾ ਤੁਹਾਡਾ ਰਿਸ਼ਤੇਦਾਰ ਆ, ਮੰਨਦੇ ਆ ਵੀ ਰਿਸ਼ਤੇਦਾਰੀ ਹੁੰਦੀ ਆ, ਪਰ ਤੁਸੀਂ ਕਦੇ ਗੌਰ ਕੀਤੀ ਆ ਵੀ ਉਹ ਕਿਵੇਂ ਲੁਟਾ ਰਿਹਾ? ਕਿੰਨੇ ਗਰੀਬ ਉੱਥੇ ਮੋਦੀਖਾਨੇ ਆਉਂਦੇ ਆ, ਕਿੰਨਿਆਂ ਨੂੰ ਉਹ ਤੇਰਾ ਤੇਰਾ ਕਹਿ ਕੇ ਇਹ ਸਭ ਕੁਝ ਵੰਡ ਦਿੰਦਾ। ਤੁਸੀਂ ਕਦੇ ਮਨ 'ਚ ਸੋਚਿਆ ਨਹੀਂ ਜਦੋਂ ਲੇਖਾ ਹੋਊਗਾ ਤੇ ਉਦੋਂ ਤੁਹਾਡਾ ਕੀ ਬਣੂਗਾ? ਇੱਦਾਂ ਦੀਆਂ ਗੱਲਾਂ ਕੀਤੀਆਂ ਤੇ ਭਾਵੇਂ ਪਹਿਲੀ ਵਾਰ ਲੇਖਾ ਹੋ ਗਿਆ ਸੀ, 135 ਰੁਪਈਏ ਵੱਧ ਨਿਕਲੇ ਸੀ, ਪਰ ਜੈ ਰਾਮ ਜੀ ਚਿੰਤਾ 'ਚ ਪੈ ਗਏ। ਉਦੋਂ ਦੂਜੀ ਵਾਰ ਜਦੋਂ ਇਹ ਗੱਲ ਹੋਈ, ਜਦੋਂ ਘਰ ਵਿੱਚ ਬੇਬੇ ਨਾਨਕੀ ਜੀ ਉਹਨਾਂ ਵੱਲ ਤੱਕਦੇ ਆ, ਪੁੱਛਦੇ ਆ ਵੀ ਤੁਹਾਨੂੰ ਕੋਈ ਫਿਕਰ ਆ, ਚਿੰਤਾ ਵਾ, ਜਿਹਦੇ ਨਾਲ ਆਪਾਂ ਰਹਿੰਦੇ ਹੋਈਏ ਉਹਦਾ ਚਿਹਰਾ ਦੱਸ ਦਿੰਦਾ ਵੀ ਇਹ ਅੱਜ ਖੁਸ਼ ਨਹੀਂ ਹੈਗਾ। ਇਹ ਗੱਲਾਂ ਤੁਸੀਂ ਜਾਣਦੇ ਹੋ। ਤਾਂ ਬੇਬੇ ਨਾਨਕੀ ਜੀ ਪੁੱਛਦੇ ਆ ਆਪਣੇ ਪਤੀ ਨੂੰ, ਜੈ ਰਾਮ ਨੂੰ, ਕਿ ਤੁਸੀਂ ਠੀਕ ਨਹੀਂ ਮੈਨੂੰ ਲੱਗਦੇ। ਉਹ ਦੱਸਦੇ ਨਹੀਂ ਹੈਗੇ। ਤਾਂ ਉੱਥੋਂ ਦੀ ਜਿਹੜੀ ਦਾਸੀ ਸੀਗੀ ਉਹਦਾ ਨਾਮ ਤੁਲਸਾ ਆਇਆ ਹੈ। ਤੇ ਉਹ ਕਹਿਣ ਲੱਗੀ, ਦਾਸੀ ਤੁਲਸਾ ਕਹਿੰਦੀ, ਮੈਂ ਦੱਸਦੀ ਹਾਂ ਵੀ ਕੀ ਚਿੰਤਾ ਇਹਨਾਂ ਨੂੰ। ਪਿੰਡ ਵਿੱਚੋਂ ਕੁਝ ਲੋਕ ਇਕੱਠੇ ਹੋ ਕੇ ਆਉਂਦੇ ਨੇ, ਇਹਨਾਂ ਨੂੰ ਮਿਹਣੇ ਮਾਰਦੇ ਆ ਕਿ ਤੇਰਾ ਰਿਸ਼ਤੇਦਾਰ ਲੁਟਾ ਰਿਹਾ ਮੋਦੀਖਾਨਾ, ਤੇ ਨਹੀਂ ਤੁਸੀਂ ਫੜੇ ਜਾਓਗੇ, ਉਹ ਭੱਜ ਜੂਗਾ ਲੁਟਾ ਕੇ। ਇਹਨਾਂ ਨੂੰ ਇਹ ਚਿੰਤਾ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਵੀ ਪਤਾ ਲੱਗ ਗਿਆ। ਦੇਖੋ ਜਿਹੜੇ ਗੁਰੂ ਜੀ ਹੁੰਦੇ ਨੇ, ਬੰਦੇ ਦਾ ਨਹੀਂ ਪਤਾ ਵੀ ਬੰਦੇ ਦਾ ਸੁਭਾਅ ਕਿਵੇਂ ਦਾ। ਗੁਰੂ ਸਾਹਿਬ ਜੀ ਕਦੇ ਕਿਸੇ ਨੂੰ ਦੁੱਖ ਨਹੀਂ ਦਿੰਦੇ। ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕੀ ਸ਼ਰਣੀ ਪਾਈਏ। ਘਰੇ ਆਏ, ਘਰ ਵਿੱਚ ਆ ਕੇ ਪਲੰਘ ਤੇ ਬੈਠੇ ਬੈਠੇ ਕਹਿਣ ਲੱਗੇ, ਭਾਈਆ ਜੀ ਕਿਉਂ ਨਾ ਆਪਾਂ ਲੇਖਾ ਹੀ ਕਰਵਾ ਦਈਏ, ਜਿਹੜਾ ਮੈਂ ਕਾਰ ਕਰਦਾ ਨਵਾਬ ਨੂੰ ਕਹਿ ਕੇ। ਖੁਦ ਹੀ ਕਹਿਤਾ, ਖੁਦ ਹੀ ਆਖਤਾ ਵੀ ਕਿਉਂ ਨਾ ਕਈ ਮਹੀਨੇ ਹੋ ਗਏ ਤੇ ਆਪਾਂ ਲੇਖਾ ਨਾ ਕਰਵਾ ਦਈਏ ਜਿਹੜਾ ਮੈਂ ਕੰਮ ਕਰਦਾ। ਤੇ ਉਹ ਜੈ ਰਾਮ ਜੀ ਬਹੁਤ ਖੁਸ਼ ਹੋ ਗਏ। ਕਹਿੰਦੇ ਮੇਰੇ ਦਿਲ ਦੀ ਗੱਲ ਹੀ ਕਹਿਤੀ ਵੀ ਰਿਸ਼ਤੇਦਾਰ ਨੂੰ ਕਹਿਣਾ ਔਖਾ ਹੁੰਦਾ ਵੀ ਜਿਹੜਾ ਤੂੰ ਕੰਮ ਕਰਦਾ ਉਹਦਾ ਲੇਖਾ ਨਾ ਕਰਵਾ ਦਈਏ, ਵੀ ਤੁਸੀਂ ਤਾਂ ਆਪ ਹੀ ਕਹਿਤੀ। ਨੇ ਬਹੁਤ ਚੰਗੀ ਗੱਲ ਆ। ਅਗਲੇ ਦਿਨ ਦਰਬਾਰ ਸਜਿਆ। ਨਵਾਬ ਨੂੰ ਆਖਿਆ ਗਿਆ ਜੀ ਉਹ ਮੋਦੀ ਦਾ ਲੇਖਾ ਕਰਵਾਓ। ਉਹ ਫਿਰ ਮੁਨਸ਼ੀ ਜਿਹੜਾ ਸੀ ਉੱਥੇ ਰਹਿਣ ਵਾਲਾ, ਲੇਖਾ ਜੋਖਾ ਕਰਦਾ, ਤੇ ਉਹ ਉੱਥੇ ਬੁਲਾਇਆ ਗਿਆ। ਨਵਾਬ ਨੇ ਬੁਲਾਇਆ। 5 ਦਿਨ ਇਹ ਲੇਖਾ ਹੋਇਆ। 5 ਦਿਨ ਚੱਲਦਾ ਰਿਹਾ। 5 ਦਿਨਾਂ ਬਾਅਦ ਉਹ ਜਿਹੜਾ ਲੇਖੇ ਜੋਖੇ ਕਰਨ ਵਾਲਾ ਸੀ ਉਹ ਬਹੁਤ ਈਰਖਾ ਕਰਦਾ ਸੀ ਮਹਾਰਾਜ ਦੇ ਨਾਲ। ਉਹਦਾ ਹੀ ਹੱਥ ਸੀਗਾ ਵੀ ਲੇਖਾ ਕਰਵਾਓ। ਨਵਾਬ ਕੋਲ ਵੀ ਇਹ ਗੱਲਾਂ ਪਹੁੰਚ ਗਈਆਂ ਸੀ, ਦੌਲਤ ਖਾਂ ਲੋਧੀ ਕੋਲੇ, ਵੀ ਲੇਖਾ ਕਰਵਾਓ, ਲੇਖਾ ਕਰਵਾਓ। 5 ਦਿਨ ਉਹ ਹਿਸਾਬ ਕਿਤਾਬ ਲਾਉਂਦਾ ਰਿਹਾ ਵੀ ਕਿਤੋਂ ਨਾ ਮੈਂ ਵਧਾ ਕੇ, ਕਿਤੋਂ ਘਟਾ ਕੇ ਇਹ ਗੁਰੂ ਨਾਨਕ ਜੀ ਦੀ ਨੀਵੀਂ ਪਵਾ ਦਾਂ ਸਭਾ ਦੇ ਵਿੱਚ। ਆਪਣੇ ਦਾਸ ਕੀ ਹੁਕਮਨਾਮੇ ਵਿੱਚ ਆਇਆ, ਆਪ ਪੈਜ ਰਾਖੀ ਨਾਨਕ ਸਦ ਕੁਰਬਾਨ। 5 ਦਿਨ ਇਹ ਲੇਖਾ ਹੁੰਦਾ ਰਿਹਾ, ਪੂਰੇ 5 ਦਿਨ। ਤੇ 321 ਰੁਪਏ ਉਹਨੇ ਬਹੁਤ ਇੱਧਰੋਂ ਉੱਧਰੋਂ ਕੀਤਾ, ਪਰ ਫਿਰ ਵੀ 321 ਰੁਪਏ ਦੂਜੀ ਵਾਰ ਲੇਖੇ ਵਿੱਚ ਵਧੇ ਆ, ਨਵਾਬ ਦੇ ਵੱਲ ਵਧੇ ਆ ਵੀ ਗੁਰੂ ਨਾਨਕ ਜੀ ਨੂੰ ਦੇਣੇ ਪੈਣੇ ਆ ਪੈਸੇ। ਇਹ ਲਾਭ ਹੀ ਹੋਇਆ ਵੀ ਇਹਨੇ ਘਾਟਾ ਨਹੀਂ ਪਾਇਆ। ਨਵਾਬ ਬਹੁਤ ਖੁਸ਼ ਹੋਇਆ। ਕਹਿੰਦੇ ਫਿਰ ਉਹ ਆ ਕਹਿਣ ਲੱਗੇ 321 ਰਜਤਪਣ ਜਿਹੜੀ ਕਰੰਸੀ ਸੀ, ਕਹਿੰਦੇ ਲਿਆਓ, ਉਹ ਦਿਓ ਇਹਨਾਂ ਨੂੰ 321 ਤੇ 3000 ਹੋਰ ਦਿਓ, ਵੀ ਇਹਦੇ ਨਾਲ ਹੋਰ ਰਾਸ਼ਨ ਲਿਆਉਣਗੇ ਤੇ ਅੱਗੇ ਵਧਾਉਣਗੇ। ਆ ਜਿਹੜਾ ਮੋਦੀ ਦੀ ਕਾਰ ਆ, ਮੋਦੀਖਾਨਾ ਸਰਕਾਰੀ ਜਿਹੜਾ ਹੈ ਉਹ ਅੱਗੇ ਵਧੇਗਾ। ਤਾਂ 321 ਰੁਪਈਏ ਫਿਰ ਉਹ ਵੱਧ ਗਏ।
ਦੂਜੀ ਵਾਰ ਜਦੋਂ ਲੇਖਾ ਹੋਇਆ, ਜਦੋਂ ਘਰੇ ਵਾਪਸ ਆਏ, ਭੈਣ ਨਾਨਕੀ ਜੀ ਰੋਟੀ ਪਕਾ ਰਹੇ ਆ, ਪ੍ਰਸ਼ਾਦਾ ਬਣਾ ਰਹੇ। ਪੁੱਛਦੇ ਨੇ ਕਿ ਵੀਰੇ ਦਾ ਲੇਖਾ ਕਿੱਦਾਂ ਰਿਹਾ? ਆਪਦੇ ਪਤੀ ਨੂੰ ਪੁੱਛਦੇ ਆ, ਜੈ ਰਾਮ ਨੂੰ। ਉਹ ਕਹਿੰਦੇ 321 ਰੁਪਈਏ ਵੱਧ ਗਏ। ਤਾਂ ਉਹ ਕਹਿੰਦੇ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ, ਇਹ ਗੁਰੂ ਨਾਨਕ ਸਾਹਿਬ ਜੀ ਇਹ ਕੋਈ ਆਮ ਮੇਰਾ ਵੀਰਾ ਨਹੀਂ, ਕੋਈ ਭਰਾ ਨਹੀਂ, ਇਹ ਪੈਗੰਬਰ ਆ ਕੋਈ। ਇਹ ਜਿਹੜੇ ਕੰਮ ਨੂੰ ਹੱਥ ਪਾਵੇਗਾ ਤਾਂ ਉੱਥੇ ਘਾਟਾ ਕਿਵੇਂ ਪੈ ਜਾਏਗਾ? ਨਹੀਂ ਪੈ ਸਕਦਾ। ਗੱਲ ਵਿਸ਼ਵਾਸ ਦੀ ਹੁੰਦੀ ਆ। ਦੂਜੀ ਵਾਰ ਇਹ ਲੇਖਾ ਜਿਹੜਾ ਹੋਇਆ, ਪਹਿਲੀ ਵਾਰ 135 ਰੁਪਈਏ ਵਧੇ ਸੀ, ਦੂਜੀ ਵਾਰ ਫਿਰ 321 ਰੁਪਈਏ ਵਧੇ ਸੀ। ਪਹਿਲੀ ਵਾਰ 135 ਦੇ ਨਾਲ 1700 ਰੁਪਈਏ ਦਿੱਤੇ ਸੀਗੇ, ਦੂਜੀ ਵਾਰ 321 ਦੇ ਨਾਲ 3000 ਰੁਪਈਏ ਵੱਧ ਦਿੱਤੇ ਸੀ। ਅਤੇ ਦੌਲਤ ਖਾਂ ਦਾ ਜਿਹੜਾ ਸੀ ਨਵਾਬ ਦਾ ਭਰੋਸਾ ਬਣ ਗਿਆ ਫਿਰ ਵੀ ਵਾਕਈ ਇਹ ਕੋਈ ਆਮ ਸਧਾਰਨ ਬੰਦਾ ਨਹੀਂ ਹੈਗਾ ਜਿਹੜਾ ਇੱਦਾਂ 13 ਕਹਿ ਕੇ ਲੁਟਾਈ ਜਾ ਰਿਹਾ, ਅਤੇ ਪੈਂਦਾ ਉਹਦੇ ਵਿੱਚ ਲਾਭ ਹੀ ਆ, ਹਾਨੀ ਹੁੰਦੀ ਹੋਈ ਨਹੀਂ ਹੈਗੀ। ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੈ, ਹੋਈ ਸਰਬ ਕਲਿਆਣ। ਇੱਥੋਂ ਫਿਰ ਜੈ ਰਾਮ ਜੀ ਦਾ ਭਰੋਸਾ ਬਣਿਆ। ਇਹ ਦੂਜੀ ਵਾਰ ਲੇਖੇ 'ਤੇ ਭਰੋਸਾ ਬਣਿਆ। ਪਹਿਲੀ ਵਾਰ ਇਹਨਾਂ ਭਰੋਸਾ ਨਹੀਂ ਬਣਿਆ, ਇੱਕ ਰਿਸ਼ਤੇਦਾਰੀ ਕਰਕੇ। ਦੂਜੀ ਵਾਰ ਬਣ ਗਿਆ ਵੀ ਵਾਕਈ ਇਹ ਕੋਈ ਵਲੀ ਅੱਲਾ ਹੈ। ਅੱਜ ਦੇ ਦੀਵਾਨ ਵਿੱਚ ਇਤਨਾ ਹੀ। ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨ, ਕੀਤੀ ਵਿਚਾਰ ਹਿਰਦਿਆਂ 'ਚ ਵਸੇ, ਸ਼ਬਦਾਂ ਦੀ ਕਮਾਈ ਕਰਕੇ ਜੀਵਨ ਨੂੰ ਸੋਹਣਾ ਬਣਾਈਏ। ਜਿੰਨਾ ਬੇਬੇ ਨਾਨਕੀ ਜੀ ਦਾ ਭਰੋਸਾ ਸੀਗਾ ਆਪਣੇ ਵੀਰ 'ਤੇ, ਕਾਸ਼ ਕਿਤੇ ਸਾਡਾ ਉਹਨਾਂ ਭਰੋਸਾ 'ਤੇ ਸਿਦਕ ਹੋ ਜੇ ਗੁਰੂ ਨਾਨਕ ਜੀ 'ਤੇ ਫਿਰ ਕਿਤੇ ਜਾ ਕੇ ਗੱਲ ਬਣੇਗੀ। ਅੱਧ ਪਚੱਧ ਦੇ ਨਾਲ ਗੱਲ ਨਹੀਂ ਬਣੇਗੀ। ਗੁਰੂ ਸਾਹਿਬ ਰਹਿਮਤ ਕਰਨ। ਆਓ ਚੌਂਕੜਾ ਮਾਰ ਕੇ ਵਾਹਿਗੁਰੂ ਜੀ ਦਾ ਸਿਮਰਨ ਕਰੀਏ ਜੀ। ਵਾਹਿਗੁਰੂ 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 ਦੇਹੋ ਸੱਜਣ ਸੀਸੜੀਆਂ, ਜੋ ਹੋਵੇ ਸਾਹਿਬ ਸੋ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂਠਾ